BTV देख रहे सारे ही दर्शकों ਨੂੰ ਮੇਰੇ ਵੱਲੋਂ ਯਾਨੀ ਕਿ ਸ਼ੈਵੀ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਬੀ ਸਪੈਸ਼ਲ ਦੇ ਸਪੈਸ਼ਲ ਸੈਗਮੈਂਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿੱਥੇ ਅਸੀਂ ਗੱਲਬਾਤ ਕਰਾਂਗੇ ਅੱਜ ਇਮੀਗ੍ਰੇਸ਼ਨ ਬਾਰੇ ਔਰ ਜਹਾਂ ਮੈਂ ਕਹਾਂ ਅੱਜ ਇੱਕ ਖਾਸ ਟੌਪਿਕ ਲੈ ਕੇ ਆਏ ਹਾਂ ਜੋ ਸਾਡੀ ਕਮਿਊਨਿਟੀ ਦੇ ਵਿੱਚ ਬਾਰ-ਬਾਰ ਪੁੱਛਿਆ ਜਾਂਦਾ ਜੀ ਬਹੁਤ ਸਾਰੇ ਸਵਾਲ ਪੁੱਛੇ ਜਾਂਦੇ ਨੇ ਕਿ ਪੇਰੈਂਟ ਗ੍ਰੈਂਡ ਪੇਰੈਂਟਸ ਦੀ ਜਿਹੜੇ ਇਨਵਾਈਟਸ ਨੇ ਇਨਵੀਟੇਸ਼ਨਸ ਨੇ ਕਦੋਂ ਓਪਨ ਹੋਣਗੇ ਜੀ ਕਦੋਂ ਅਸੀਂ ਪੱਕੇ ਕਰਾ ਸਕਦੇ ਹਾਂ ਕਦੋਂ ਅਸੀਂ ਆਪਣੀ ਫੈਮਿਲੀ ਨੂੰ ਇੱਥੇ ਲੈ ਕੇ ਆ ਸਕਦੇ ਹਾਂ ਆਪਣੇ ਨੀਅਰ ਐਂਡ ਡੀਅਰ ਵਨਸ ਨੂੰ ਲੈ ਕੇ ਆ ਸਕਦੇ ਹਾਂ ਤਾਂ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਦੇਣਗੇ ਜੀ ਐਕਸਪਰਟ RCIC ਅਸੀਂ ਹਮੇਸ਼ਾ ਹੀ ਇਹਨਾਂ ਨੂੰ ਕਹਿੰਦੇ ਆ ਕਿ ਐਕਸਪਰਟ ਤਾਂ ਕਈ ਸਾਲਾਂ ਤੋਂ ਆਪਣੀ ਸੇਵਾਵਾਂ ਦੇ ਰਹੇ ਨੇ ਇਮੀਗ੍ਰੇਸ਼ਨ ਦੇ ਵਿੱਚ ਜਾਂ ਫਿਰ ਤੁਹਾਡੇ ਕਈ ਸਵਾਲਾਂ ਦੇ ਜਵਾਬ ਵੀ ਦਿੰਦੇ ਨੇ ਕਈ ਕਿਸ਼ਤਾਂ ਇਹਨਾਂ ਨਾਲ ਅਸੀਂ ਕਰ ਲਈਆਂ ਐਪੀਸੋਡਸ ਇਹਨਾਂ ਨਾਲ ਕੀਤੇ ਨੇ ਔਰ ਲੋਕ ਇਹਨਾਂ ਨਾਲ ਜੁੜਦੇ ਜਾ ਰਹੇ ਨੇ ਸ਼ਿਵਾ ਸਿੰਘ ਜੀ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਵੈਲਕਮ ਕਰਦੇ ਹਾਂ ਸ਼ਿਵਾ ਜੀ ਬਹੁਤ-ਬਹੁਤ ਵੈਲਕਮ ਥੈਂਕ ਯੂ ਸ਼ੈਵੀ ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਅੱਜ ਇੱਕ ਬਹੁਤ ਅਵੇਟਡ ਟੌਪਿਕ ਜਿਹੜਾ ਉੱਤੇ ਆਪਾਂ ਡਿਸਕਸ਼ਨ ਕਰਨ ਜਾ ਰਹੇ ਹਾਂ ਜੀ ਕਿ ਪੇਰੈਂਟਸ ਗ੍ਰੈਂਡ ਪੇਰੈਂਟਸ ਦਾ ਜਿਹੜਾ ਪ੍ਰੋਗਰਾਮ ਹੈ ਉਹ ਰੀਓਪਨ ਹੋ ਰਿਹਾ ਅੱਛਾ ਰੀਓਪਨ ਹੋ ਰਿਹਾ ਇਹ ਪੱਕਾ ਹੋ ਗਿਆ ਜੀ ਬਿਲਕੁਲ ਜੀ ਅਨਾਉਂਸਮੈਂਟ ਆਫੀਸ਼ੀਅਲੀ ਹੋ ਗਈ ਹੈ ਕਿ 10 ਅਕਤੂਬਰ ਤੋਂ ਜਿਹੜੇ ਇਨਵਾਈਟਸ ਨੇ ਉਹ ਭੇਜਣੇ ਸ਼ੁਰੂ ਹੋ ਜਾਣਗੇ IRCC ਵੱਲੋਂ ਅੱਛਾ ਕਿਵੇਂ ਇਹ ਵਰਕਆਊਟ ਹੁੰਦਾ ਜੀ ਜਿਵੇਂ ਤੁਸੀਂ ਕਿਹਾ 10 ਅਕਤੂਬਰ ਤੋਂ ਅਗਲੇ ਮਹੀਨੇ ਦੀ ਇਹ ਸ਼ੁਰੂ ਹੋ ਜਾਣਾ ਤੇ ਇਹਦੇ ਲਈ ਕੋਈ ਕ੍ਰਾਈਟੇਰੀਆ ਹੁੰਦਾ ਹੈ ਤੁਸੀਂ ਮਤਲਬ ਕੋਈ ਐਪਲੀਕੇਸ਼ਨ ਭਰਨੀ ਹੁੰਦੀ ਹੈ ਕੋਈ ਤੁਹਾਡਾ ਕੋਈ ਦਸਤਾਵੇਜ਼ ਕਾਗਜ਼ ਕੁਝ ਦੇਖਣੇ ਹੁੰਦੇ ਨੇ ਕਿ ਕਿਵੇਂ ਕਰੀਏ ਜੀ ਇਹ ਜੀ ਇੰਟਰਸਟ ਟੂ ਸਪਾਂਸਰ ਕਹਿੰਦੇ ਆ ਇਸ ਚੀਜ਼ ਨੂੰ ਅੱਛਾ ਇਹ ਇੰਟਰਸਟ ਟੂ ਸਪਾਂਸਰ ਫਾਰਮ ਤੁਹਾਨੂੰ ਭਰਨਾ ਪੈਂਦਾ ਇਹ ਹਰ ਪ੍ਰੋਗਰਾਮ ਦਾ ਇੰਟਰਸਟ ਟੂ ਸਪਾਂਸਰ ਫਾਰਮ ਜਿਹੜਾ ਹੈਗਾ ਉਹ ਪਹਿਲਾਂ ਭਰਿਆ ਹੋਇਆ ਹੋਣਾ ਚਾਹੀਦਾ ਫਿਰ ਉਹ ਫਾਰਮ ਦੇ ਵਿੱਚ ਇਟਸ ਕਾਈਂਡ ਆਫ ਅ ਲੋਟਰੀ ਸਿਸਟਮ ਸੋ ਜਿੰਨੇ ਲੋਕ ਜਦੋਂ ਓਪਨ ਹੁੰਦਾ ਉਹ ਉਦੋਂ ਤੁਸੀਂ ਇੰਟਰਸਟ ਟੂ ਸਪਾਂਸਰ ਭਰਦੇ ਹੋ ਪਰ ਇਹ ਜਿਹੜਾ ਡਰਾ ਹੈ ਇਹਦੇ ਵਾਸਤੇ ਕੋਈ ਇੰਟਰਸਟ ਟੂ ਸਪਾਂਸਰ ਨਹੀਂ ਆਇਆ 2020 ਦੇ ਵਿੱਚ ਇਹਨਾਂ ਨੇ ਇੰਟਰਸਟ ਟੂ ਸਪਾਂਸਰ ਖੋਲਿਆ ਸੀਗਾ ਉਸ ਇੰਟਰਸਟ ਟੂ ਸਪਾਂਸਰ ਦੇ ਵਿੱਚ ਹੀ ਕਾਫੀ ਸਾਰੀਆਂ ਐਪਲੀਕੇਸ਼ਨਸ ਆਈਆਂ ਸੀ ਸੋ 2021 ਦੇ ਵਿੱਚ ਡਰਾ ਆਇਆ 2022 ਦੇ ਵਿੱਚ ਆਇਆ ਹੁਣ 2023 ਦਾ ਜਿਹੜਾ ਆਪਣਾ ਇਨਵੀਟੇਸ਼ਨਸ ਆਣੇ ਨੇ ਉਸੇ ਇੰਟਰਸਟ ਟੂ ਸਪਾਂਸਰ ਪੂਲ ਜਿਹੜਾ ਹੈਗਾ ਉਸ ਦੇ ਵਿੱਚੋਂ ਹੀ ਆ ਰਹੇ ਨੇ ਓਕੇ ਸੋ ਇਹਦੇ ਲਈ ਜਿਵੇਂ ਡਾਕੂਮੈਂਟਸ ਨੇ ਜੇ ਮੈਂ ਸੋਚਾਂ ਕਿ ਚਲੋ ਮੈਂ ਆਪਣੀ ਮਦਰ ਨੂੰ ਕਰ ਦਿੰਦਾ ਜੀ ਸਪਾਂਸਰ ਤੇ ਉਹਦੇ ਲਈ ਕੀ ਡਾਕੂਮੈਂਟਸ ਕਿਹੜੇ ਡਾਕੂਮੈਂਟਸ ਚਾਹੀਦੇ ਹੁੰਦੇ ਨੇ ਤੁਹਾਨੂੰ ਡਾਕੂਮੈਂਟਸ ਇਹਦੇ ਵਿੱਚ ਕੁਝ ਰਿਕੁਆਇਰਮੈਂਟਸ ਨੇ ਡਾਕੂਮੈਂਟਸ ਇਹਦੇ ਵਿੱਚ ਪ੍ਰਾਇਮਰੀਲੀ ਪਹਿਲੇ ਗੱਲ ਤਾਂ ਤੁਸੀਂ ਪਰਮਨੈਂਟ ਰੈਜ਼ੀਡੈਂਟ ਹੋਣੇ ਚਾਹੀਦੇ ਹੋ ਤੁਹਾਡੇ ਜਿਹੜੀ ਸਪਾਂਸਰ ਕਰਨ ਦੀ ਤੁਹਾਡੇ ਕੋਲ ਕੈਪੇਬਿਲਿਟੀ ਹੋਣੀ ਚਾਹੀਦੀ ਵਿਚ ਇਜ਼ ਇਨਕਮ ਅੱਛਾ ਸਭ ਤੋਂ ਮੇਨ ਕ੍ਰਾਈਟੇਰੀਆ ਇਹਦੇ ਵਿੱਚ ਇਨਕਮ ਦਾ ਹੈ ਸੋ ਦੈਟ ਉਹ ਦੇਖਦੇ ਨੇ ਕਿ ਸਪੋਰਟ ਤੁਸੀਂ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਓਕੇ ਠੀਕ ਹੈ ਕਿਉਂਕਿ ਉਹਨਾਂ ਨੂੰ ਜੋ ਵੀ ਬੈਨੀਫਿਟਸ ਆ ਉਹ ਸਾਰੀ ਚੀਜ਼ਾਂ ਨੇ ਉਹ ਤੁਸੀਂ ਸਪਾਂਸਰ ਕਰਨਾ ਰਾਈਟ ਵੇ ਆ ਕੇ ਉਹ ਗਵਰਨਮੈਂਟ ਬੈਨੀਫਿਟਸ ਤੇ ਨਹੀਂ ਲੱਗ ਸਕਦੇ ਸੋ ਤੁਹਾਡੀ ਇਨਕਮ ਜਿਹੜੀ ਹੈ ਤੁਹਾਡੀ ਆਪਣੀ ਫੈਮਿਲੀ ਦੀ ਇਨਕਮ ਜਿਹੜੀ ਕੈਨੇਡਾ ਦੇ ਵਿੱਚ ਹੈ ਜੇ ਤੁਸੀਂ ਫੈਮਿਲੀ ਆਫ 3 ਹੋ ਹਸਬੈਂਡ ਵਾਈਫ ਤੁਹਾਡਾ ਇੱਕ ਬੱਚਾ ਹੈਗਾ ਤੇ ਤੁਸੀਂ 2 ਜਣਿਆਂ ਨੂੰ ਆਪਣੇ ਪੇਰੈਂਟਸ ਨੂੰ ਸਪਾਂਸਰ ਕਰਨਾ ਤਾਂ ਦੈਟ ਵਿਲ ਬੀ ਕੰਸੀਡਰ ਫੈਮਿਲੀ ਆਫ 5 ਦੀ ਇਨਕਮ ਕ੍ਰਾਈਟੇਰੀਆ ਮੀਟ ਕਰਨਾ ਤੁਸੀਂ ਅੱਛਾ ਜੇ ਤੁਸੀਂ 4 ਜਣਿਆਂ ਦੀ ਫੈਮਿਲੀ ਹੋ ਤੁਸੀਂ 2 ਜਣਿਆਂ ਨੂੰ ਕਰਨਾ ਹੈ ਫਿਰ ਫੈਮਿਲੀ ਆਫ 6 ਕਾਊਂਟ ਕੀਤਾ ਜਾਏਗਾ ਸੋ ਉਹ ਮਿਨੀਮਮ ਰਿਕੁਆਇਰਮੈਂਟ ਜਿਹੜੀ ਉਹਨੂੰ ਕਹਿੰਦੇ ਨੇ ਮਿਨੀਮਮ ਨੈਸੈਸਰੀ ਇਨਕਮ ਦੈਟ ਇਜ਼ ਦ ਬਿਗੇਸਟ ਰਿਕੁਆਇਰਮੈਂਟ ਉਹ ਜਿਹੜੀ ਰਿਕੁਆਇਰਮੈਂਟਸ ਨੇ ਆਨਲਾਈਨ ਹੈਗੀਆਂ ਨੇ ਸਾਰੀਆਂ ਇਨਫੋਰਮੇਸ਼ਨ ਅਗਰ ਤੁਸੀਂ ਸਰਚ ਕਰੋ ਮਿਨੀਮਮ ਨੈਸੈਸਰੀ ਇਨਕਮ ਫॉर ਪੇਰੈਂਟ ਗ੍ਰੈਂਡ ਪੇਰੈਂਟ ਤਾਂ ਉਹਦੇ ਵਿੱਚ ਦੱਸਿਆ ਗਿਆ ਸਲੈਬਸ ਦਿੱਤੀਆਂ ਹੋਈਆਂ ਕਿ 2021 ਦੀ ਕਿੰਨੀ ਹੋਣੀ ਚਾਹੀਦੀ ਸੀ 2020 ਦੀ ਸੋ ਇਹ ਪਹਿਲੇ ਚੈੱਕ ਕਰੋ ਠੀਕ ਹੈ ਜੀ ਸੋ ਇਹ ਜੇ ਹੁਣ ਜਿਹੜੀ ਹੋ ਜਾ ਰਹੀ ਹੈ 2023 ਦੀ 10 ਅਕਤੂਬਰ ਤੋਂ ਇਹ ਕਿੰਨੇ ਇਨਵੀਟੇਸ਼ਨਸ ਹੋਣਗੇ ਕਿੰਨੇ ਕੁ ਲੋਕਾਂ ਨੂੰ ਅਸੀਂ ਭੇਜ ਸਕਦੇ ਹਾਂ ਜੀ ਬਹੁਤ ਵਧੀਆ ਸਵਾਲ ਹੈ ਇਹ ਅਸੀਂ ਨਹੀਂ ਕੰਟਰੋਲ ਕਰਦੇ ਇਹ ਇਮੀਗ੍ਰੇਸ਼ਨ ਦੇ ਜਿਹੜੇ ਲੈਵਲਸ ਹੁੰਦੇ ਨੇ ਇਮੀਗ੍ਰੇਸ਼ਨ IRCC ਜਾਂ ਗਵਰਨਮੈਂਟ ਡਿਸਾਈਡ ਕਰਦੇ ਵੀ ਅਸੀਂ ਇੰਨੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਦੇਣੀ ਹੈ ਦੱਸਦੇ ਨੇ ਅੱਛਾ ਟਾਰਗੇਟ ਜਿਹੜਾ ਹੈਗਾ ਉਹ ਇਹਨਾਂ ਨੇ ਪੋਟੈਂਸ਼ੀਅਲ ਸਪਾਂਸਰਸ ਜਿਹੜੇ ਆ 24,200 ਪੋਟੈਂਸ਼ੀਅਲ ਸਪਾਂਸਰਸ ਨੂੰ ਇਨਵਾਈਟਸ ਆਉਣੇ ਨੇ ਬਟ ਇਹਨਾਂ ਦਾ ਗੋਲ ਕੀ ਹੈ 15,000 ਕੰਪਲੀਟ ਐਪਲੀਕੇਸ਼ਨਸ ਓਕੇ ਸੋ ਬਹੁਤ ਸਾਰੇ ਲੋਕੀ ਜਿਵੇਂ ਉਸ ਟਾਈਮ ਤੇ 2020 ਚ ਉਹਨਾਂ ਨੇ ਭਰਤੀ ਆਪਣੀ ਪਰ ਇਨਕਮ ਜੇ ਉਹਨਾਂ ਦੀ ਨਹੀਂ ਮੀਟ ਹੋਈ ਜਾਂ ਕੁਝ ਕ੍ਰਾਈਟੇਰੀਆਜ਼ ਨਹੀਂ ਮੀਟ ਹੋਏ ਤਾਂ ਇਸ ਕਰਕੇ ਉਹਨਾਂ ਨੇ ਇਹ ਕਿਹਾ ਵੀ ਅਗਰ ਅਸੀਂ 24,200 ਐਪਲੀਕੇਸ਼ਨ ਲਵਾਂਗੇ ਤਾਂ 15,000 ਨੂੰ ਅਸੀਂ PR ਦੇਣੀ ਹੈ ਦਿਸ ਇਜ਼ ਦ ਗੋਲ ਸੋ PR ਉਹਨਾਂ ਨੂੰ ਸਿੱਧਾ ਰਾਈਟ ਵੇ ਮਿਲ ਸਕਦੀ ਹੈ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਹੋਊਗਾ ਜੀ ਜਾਂ ਜਿਹੜੀ ਐਪਲੀਕੇਸ਼ਨ ਪਾਈ ਹੋਣੀ ਹੈ ਜੋ ਵੀ ਇਹਦਾ ਕ੍ਰਾਈਟੇਰੀਆ ਉਹਨਾਂ ਦਾ ਨੰਬਰ ਆਊਗਾ ਜਾਂ ਫਿਰ ਤੋਂ ਉਹਨਾਂ ਨੂੰ ਕਰਨਾ ਪੈਣਾ ਨਹੀਂ ਜਿਨ੍ਹਾਂ ਨੇ 2020 ਦੇ ਵਿੱਚ ਇੰਟਰਸਟ ਟੂ ਸਪਾਂਸਰ ਭਰਿਆ ਸੀ ਸਿਰਫ ਉਸੇ ਹੀ ਲੋਕਾਂ ਨੂੰ ਆਣੀ ਹੈ ਨਵੇਂ ਲੋਕਾਂ ਨੂੰ ਓਪਰਚੁਨਿਟੀ ਨਹੀਂ ਹੈ ਸੋ ਜਿਨ੍ਹਾਂ ਨੇ ਪੁਰਾਣੇ ਲੋਕਾਂ ਨੇ 2020 ਦੇ ਵਿੱਚ ਕੀਤੇ ਸੀ ਫਾਰਮ ਭਰੇ ਸੀਗੇ ਇਟ ਇਜ਼ ਕਾਈਂਡ ਆਫ
ਡਿਊਅਲ ਥਿੰਗ ਕਿ ਵੀ ਕਈ ਉਹਨਾਂ ਲਈ ਗੁੱਡ ਹੈ ਜਿਹੜੇ ਪਹਿਲਾਂ ਤੋਂ ਜਿਨ੍ਹਾਂ ਨੇ ਕੀਤੇ ਆ, ਪਰ ਇਟਸ ਐਟ ਦ ਸੇਮ ਟਾਈਮ ਇਟਸ ਨਾਟ ਫੇਅਰ ਕਿ ਜਿਹੜੇ ਨਵੇਂ ਲੋਕੀ ਨੇ ਉਹਨਾਂ ਨੂੰ ਓਪਰਚੁਨਿਟੀ ਨਹੀਂ ਮਿਲ ਰਹੀ। ਇੱਕ ਨਾ ਮੇਰੇ ਮਨ ਦੇ ਵਿੱਚ ਸਵਾਲ ਆਇਆ, ਸਪੋਜ਼ ਕਰੋ 2020 ਚ ਜਦੋਂ ਅਪਲਾਈ ਕੀਤਾ ਤੇ ਇਨਕਮ ਘੱਟ ਹੋਣੀ ਕਿਸੇ ਦੀ ਜਾਂ ਜ਼ਿਆਦਾ ਹੋਣੀ ਹੈ, ਜੋ ਵੀ ਹੈ, ਅੱਜ ਇੰਨੀ ਇਨਕਮ ਨਾ ਹੋਵੇ ਜਾਂ ਵੱਧ ਗਈ ਹੋਵੇ ਤਾਂ ਉਹਦਾ ਵੀ ਕੋਈ ਫਰਕ ਪੈਂਦਾ, ਜਾਂ ਫਿਰ ਸਟੇਟਸ ਦੇ ਵਿੱਚ ਚੇਂਜ, ਪਹਿਲਾਂ ਪੀਆਰ ਨੂੰ ਅੱਜ ਸਿਟੀਜ਼ਨ ਹੋ ਗਏ ਹੁਣ? ਪੀਆਰ ਤੇ ਸਿਟੀਜ਼ਨ ਚ ਕੋਈ ਫਰਕ ਨਹੀਂ ਹੈ। ਅੱਛਾ, ਪੀਆਰ ਤੇ ਸਿਟੀਜ਼ਨ ਦੇ ਵਿੱਚ ਕੋਈ ਫਰਕ ਨਹੀਂ ਹੈ। ਇਨਕਮ ਡੈਫੀਨਿਟਲੀ ਇਜ਼ ਅ ਹਿਊਜ ਥਿੰਗ। ਤੁਸੀਂ ਆਪ ਆਪਣੀ ਇਨਕਮ ਚੈੱਕ ਕਰ ਸਕਦੇ ਹੋ। ਅੱਜ ਦੀ ਇਨਕਮ ਵੀ ਫੇਰ ਲਾਣੀ ਪਊਗੀ ਜਾਂ ਕਿਵੇਂ? ਇਨਕਮ ਚੈੱਕ ਹੋਏਗੀ ਅਪ ਟੂ ਦ ਲਾਸਟ ਟੈਕਸ ਈਅਰ। ਸੋ ਹੁਣ 2023 ਵਾਲੀ ਐਪਲੀਕੇਸ਼ਨਸ ਲਈ 2020 2021 ਤੇ 2022 ਦੀ ਇਨਕਮ ਕੈਲਕੂਲੇਟ ਹੋਏਗੀ। ਸੋ ਜੇ ਤੁਸੀਂ ਆਪ ਕਰਨਾ ਚਾਹੁੰਦੇ ਹੋ, ਅਦਰਵਾਈਜ਼ ਸਾਡੇ ਨਾਲ ਕੰਸਲਟ ਬੁੱਕ ਕਰ ਸਕਦੇ ਆ ਤੇ ਅਸੀਂ ਉਹਨਾਂ ਨੂੰ ਕਲੈਰਿਟੀ ਦੇ ਸਕਦੇ ਆ ਕਿ ਪਹਿਲਾਂ ਪ੍ਰਿਪੇਅਰ ਹੋ ਜਾਣ। ਕਈ ਲੋਕਾਂ ਦੇ ਟੈਕਸਸ ਡਿਲੇਡ ਨੇ, ਕਈ ਲੋਕ ਸਾਰੇ ਪੇਪਰ ਵਰਕ ਜਿਹੜਾ ਇਨ ਲਾਈਨ ਹੋਣਾ ਚਾਹੀਦਾ। ਮੈਨੂੰ ਲੱਗਦਾ ਜਿਹੜਾ ਵੀ ਅਸੀਂ ਕਿਸੇ ਵੀ ਵੀਜ਼ੇ ਦੀ ਗੱਲ ਕਰਦੇ ਹਾਂ, ਅਸੀਂ ਕਿਸੇ ਵੀ ਵਰਕ ਪਰਮਿਟ ਹੋ ਗਿਆ, ਅੱਜ ਕੱਲ LMI ਦੀ ਬਹੁਤ ਇਨਕੁਆਇਰੀ ਆ ਰਹੀ ਹੈ, ਸਟੱਡੀ ਪਰਮਿਟ ਦੀ ਬੜੀ ਇਨਕੁਆਇਰੀ ਆ ਰਹੀ, ਕੋਈ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੁੰਦਾ ਹੈ ਨਾ, ਜਿਵੇਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਕਿਹਾ ਕਿ ਜੇ ਐਕਸਪਰਟ ਨੇ, ਹਨਾ ਜੀ, ਸੋ ਐਕਸਪਰਟ ਤੋਂ ਤੁਸੀਂ ਸਲਾਹ ਜ਼ਰੂਰ ਲਓ ਔਰ ਤੁਸੀਂ ਸ਼ੀਬਾ ਜੀ ਨੂੰ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਵੀ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ, ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਕੇਸ, ਕੋਈ ਰਿਫਿਊਜ਼ਲ ਆਇਆ, ਕੋਈ ਪੈਂਡਿੰਗ ਪਿਆ, ਤੁਸੀਂ ਕੈਨੇਡਾ ਦੇ ਵਿੱਚ ਆਲਰੇਡੀ ਹੋ, ਪੇਰੈਂਟਸ ਗ੍ਰੈਂਡ ਪੇਰੈਂਟਸ ਦਾ ਤਾਂ ਅਸੀਂ ਕਰ ਹੀ ਰਹੇ ਹਾਂ ਅੱਜ ਟੌਪਿਕ, ਪਰ ਇਸ ਤੋਂ ਇਲਾਵਾ ਵੀ ਜੇ ਤੁਹਾਡੇ ਮਨ ਦੇ ਵਿੱਚ ਸਵਾਲ ਹੈ ਤੇ ਜਿਹੜੇ ਗਿਵਨ ਨੰਬਰਸ ਨੇ ਸਕਰੀਨ ਤੇ ਫਲੈਸ਼ ਹੋ ਰਹੇ ਨੇ, ਤੁਸੀਂ ਇੱਥੇ ਇਤਮੀਨਾਨ ਨਾਲ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਔਰ ਸ਼ਿਵਾ ਜੀ, ਪਹਿਲੀ ਕੰਸਲਟੇਸ਼ਨ VTV ਵਿਊਅਰਸ ਲਈ ਫਿਰ ਫ੍ਰੀ ਕਰ ਦਿੰਦੇ ਆ ਜੀ। ਫॉर श्योर ਜੀ। ਠੀਕ ਹੈ ਜੀ, ਸੋ ਪਹਿਲੀ ਕੰਸਲਟੇਸ਼ਨ ਫ੍ਰੀ ਹੋ ਜਾਣੀ ਹੈ ਜੀ। ਸੋ ਤੁਸੀਂ ਆਪਣਾ ਜਿਹੜਾ ਕੇਸ ਹੈ, ਪਰ ਕੇਸ ਡਿਸਕਸ ਕਰਿਓ ਜੀ, ਇਦਾਂ ਨਹੀਂ ਕਿ ਆਪਣੀ ਤੁਸੀਂ ਬਸ ਸਵਾਲ ਪੁੱਛ ਕੇ ਫੋਨ ਰੱਖ ਦਿੰਦੇ ਹੋ। ਜ਼ਰੂਰ ਕੇਸ ਜਿਹੜਾ ਹੈ ਡਿਸਕਸ ਜ਼ਰੂਰ ਕਰਿਓ, ਚੰਗੀ ਤਰ੍ਹਾਂ ਇਤਮੀਨਾਨ ਨਾਲ ਤੁਸੀਂ ਕੇਸ ਡਿਸਕਸ ਕਰ ਸਕਦੇ ਹੋ। ਬਿਲਕੁਲ। ਸੋ ਸ਼ਿਵਾ ਜੀ, ਫਿਰ ਆਨੇ ਅਸੀਂ ਇੱਥੇ ਇਸੇ ਟੌਪਿਕ ਤੇ, ਜੇ ਇਨਵਾਈਟ ਨਹੀਂ ਆਉਂਦਾ ਜੀ, ਨਹੀਂ ਪਹੁੰਚਦਾ ਸਾਡੇ ਕੋਲ, ਫਿਰ ਵੀ ਕੋਈ ਆਪਸ਼ਨ ਹੈਗੀ? ਫਿਰ ਆਪਣੇ ਕੋਲ ਆਲਟਰਨੇਟਿਵ ਆਪਸ਼ਨ ਜਿਹੜੀ ਹੈਗੀ ਆ ਉਹ ਸੁਪਰ ਵੀਜ਼ਾ ਦੀ ਆਪਸ਼ਨ ਹੈਗੀ। ਓਕੇ। ਕਿ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਵਾਸਤੇ ਅਸੀਂ ਸੁਪਰ ਵੀਜ਼ਾ ਅਪਲਾਈ ਕਰ ਸਕਦੇ ਹਾਂ। ਹੋਪਫੁਲੀ ਉਹਦੇ ਵਿੱਚ ਉਹਨਾਂ ਨੂੰ 5 ਸਾਲ ਦੀ ਸਟੇ ਮਿਲ ਜਾਂਦੀ ਹੈ। ਡੈਫੀਨਿਟਲੀ ਸਾਨੂੰ ਮੈਡੀਕਲ ਇੰਸ਼ੋਰੈਂਸ ਉਹਦੇ ਵਿੱਚ ਲੈਣੀ ਪਏਗੀ, ਬਟ ਐਟਲੀਸਟ देयर इज एन ਆਪਸ਼ਨ ਕਿ ਉਹ ਇੱਥੇ ਆ ਸਕਦੇ, ਰਹਿ ਸਕਦੇ ਆ। ਹੋਪਫੁਲੀ ਇਨ ਦ ਮੀਨਵਾਈਲ ਅਗਲੇ ਡਰਾਅ ਦੇ ਵਿੱਚ ਤੁਹਾਡੇ ਜੇ ਇਸ ਵਾਰੀ ਨਹੀਂ ਆਇਆ ਨਾਮ, ਤੇ ਅਗਲੇ ਡਰਾਅ ਦੇ ਵਿੱਚ ਇਨਵੀਟੇਸ਼ਨ ਤੁਹਾਨੂੰ ਆ ਜਾਏਗਾ। ਸੋ ਐਵਰੀ ਈਅਰ ਹੀ ਇੱਕ ਡਰਾਅ ਜਿਹੜਾ ਓਪਨ ਹੁੰਦਾ ਹੈ ਜਾਂ ਮੋਸਟ ਲਾਈਕਲੀ ਐਵਰੀ ਈਅਰ ਗਵਰਨਮੈਂਟ ਟਾਰਗੇਟ ਆਪਣੇ ਰੱਖਦੇ ਨੇ ਤੇ ਉਹਦੇ ਵਿੱਚ ਅਨਾਉਂਸਮੈਂਟ ਕਰਦੇ ਨੇ, ਯੂਜੂਅਲੀ ਡਿਊਰਿੰਗ ਫਾਲ, ਸੈਪਟੈਂਬਰ ਅਕਤੂਬਰ ਦੇ ਟਾਈਮ ਤੇ ਹੀ ਇਹ ਜ਼ਿਆਦਾ ਹੁੰਦਾ ਹੈ। ਆਪਣੀ ਜਿਹੜੀ ਕਮਿਊਨਿਟੀ ਹੈ, ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਇਹ ਸਵਾਲ ਪੁੱਛਿਆ ਸੀ, ਇਹ ਜ਼ਿਆਦਾ ਮੈਨੂੰ ਲੱਗਦਾ ਇੰਟਰਸਟਿਡ ਹੁੰਦੀ ਕਿਉਂਕਿ ਗ੍ਰੈਂਡ ਪੇਰੈਂਟਸ ਨੂੰ ਅਸੀਂ, ਸਾਡੀ ਵੈਲਿਊਜ਼ ਇਦਾਂ ਦੀਆਂ ਨੇ ਕਿ ਅਸੀਂ ਕਹਿੰਦੇ ਆ ਕਿ ਉੱਥੇ ਇਕੱਲੇ ਹੈਗੇ ਨੇ ਜੀ, ਸੋ ਉੱਥੇ ਕਿਉਂ ਰਹਿਣਾ, ਤੁਸੀਂ ਇੱਥੇ ਆ ਕੇ ਸਾਡੇ ਨਾਲ ਰਹੋ। ਤੇ ਇਹਦੇ ਵਿੱਚ ਜਦੋਂ PR ਮਿਲ ਜਾਂਦੀ ਹੈ, ਮੈਨੂੰ ਲੱਗਦਾ ਉਹ ਫਿਰ ਜਿਹੜਾ ਦੂਜੇ ਐਕਸਪੈਂਸਸ ਨੇ ਉਹ ਵੀ ਘਟ ਜਾਂਦੇ ਨੇ ਕਿਉਂਕਿ ਤੁਹਾਨੂੰ ਇੰਸ਼ੋਰੈਂਸਸ ਨਹੀਂ ਲੈਣੀਆਂ ਪੈਂਦੀਆਂ। ਸੋ ਇਹਦਾ ਜਿਹੜਾ ਫਾਇਦਾ ਹੈ ਉਹ ਵੀ ਸਾਨੂੰ ਇੱਕ ਵਾਰ ਸਮਝਾਓ ਕਿ ਸੁਪਰ ਵੀਜ਼ਾ ਔਰ ਇਹ ਜਿਹੜਾ ਹੁਣ ਇਨਵੀਟੇਸ਼ਨਸ ਹੋਣ ਜਾ ਰਹੇ ਨੇ, ਇਹਦੇ ਵਿੱਚ ਫਰਕ ਕੀ ਹੈ? ਆਪਾਂ ਤਿੰਨਾਂ ਨੂੰ ਕੰਪੇਅਰ ਕਰਦੇ ਹਾਂ। ਇੱਕ ਹੈ ਵਿਜ਼ਿਟਰ ਵੀਜ਼ਾ। ਹਾਂਜੀ, ਵਿਜ਼ਿਟਰ। ਜਦੋਂ ਵਿਜ਼ਿਟਰ ਆਉਂਦੇ ਨੇ, ਪੇਰੈਂਟਸ ਵਿਜ਼ਿਟਰ ਵੀ ਆ ਸਕਦੇ ਨੇ, ਤੁਹਾਨੂੰ ਕੋਈ ਮੈਡੀਕਲ ਇੰਸ਼ੋਰੈਂਸ ਲੈਣ ਦੀ ਜ਼ਰੂਰਤ ਨਹੀਂ ਹੈ। ਬਟ ਜਦੋਂ ਸਾਡੇ ਪੇਰੈਂਟਸ ਨੇ ਥੋੜੇ ਏਜ ਗਰੁੱਪ ਦੇ ਵਿੱਚ ਨੇ ਤਾਂ ਇੰਸ਼ੋਰੈਂਸ ਲੈਣਾ ਇੱਕ ਬਹੁਤ ਵਧੀਆ ਆਈਡੀਆ ਹੈ। ਉਹਦੇ ਵਿੱਚ 6 ਮੰਥ ਦੀ ਸਟੇ ਅਲਾਉ ਹੈ। ਸੁਪਰ ਵੀਜ਼ਾ ਪੇਰੈਂਟਸ ਗ੍ਰੈਂਡ ਪੇਰੈਂਟਸ ਵਾਸਤੇ ਜਦੋਂ ਆਉਂਦੇ ਨੇ, ਕਿਸੇ ਨੂੰ ਆਪਣੇ ਪੇਰੈਂਟਸ ਉੱਥੇ ਇਕੱਲੇ ਰਹਿੰਦੇ ਨੇ, ਉਹ ਚਾਹੁੰਦੇ ਨੇ ਇੱਥੇ ਆ ਜਾਣ, ਸਾਡੇ ਕੋਲ ਰਹਿਣ, ਸਾਨੂੰ ਉਹਨਾਂ ਦਾ ਸਹਾਰਾ, ਉਹਨਾਂ ਨੂੰ ਸਾਡਾ ਸਹਾਰਾ, ਤੇ ਉਹਦੇ ਵਿੱਚ 5 ਸਾਲ ਦੀ ਸਟੇ ਹੈ। ਇਹ ਤਾਂ ਪੱਕਾ ਕੰਮ ਹੈ। ਇਹਦੇ ਵਿੱਚ ਫਿਰ ਤੁਹਾਨੂੰ ਕੋਈ ਵੀ ਸਟ੍ਰੈਸ ਨਹੀਂ ਹੈ ਕਿ ਪੇਰੈਂਟਸ ਨੇ ਆ ਗਏ, ਹੁਣ ਉਹਨਾਂ ਦਾ ਕੋਈ ਮੈਡੀਕਲ ਖਰਚਾ ਉਹ ਸਭ ਗਵਰਨਮੈਂਟ ਕਵਰ ਕਰੇਗੀ, ਬਿਕਾਜ਼ ਦੇ ਆਰ ਪਰਮਨੈਂਟ ਰੈਜ਼ੀਡੈਂਟ। ਹਾਂ, ਜੋ ਮਰਜ਼ੀ ਜਾਓ, ਇੱਥੇ ਆ ਕੇ ਆਰਾਮ ਨਾਲ ਸੈਟਲ ਹੋਵੋ। ਬਿਲਕੁਲ, ਹਨਾ, ਭਾਵੇਂ 6 ਮਹੀਨੇ ਉੱਥੇ ਲਾਓ, ਭਾਵੇਂ 2 ਮਹੀਨੇ ਲਾਓ, ਕੋਈ ਚੱਕਰ ਨਹੀਂ। ਓਨਲੀ ਥਿੰਗ ਦੈਟ ਯੂ ਹੈਵ ਟੂ ਡੂ, ਜਿੱਦਾਂ ਆਪਾਂ ਨੂੰ ਸਾਰੇ PRs ਨੂੰ ਕਰਨੀ ਪੈਂਦੀ ਹੈ ਜਿਹੜੇ ਇੱਥੇ ਲੋਕੀ ਨੇ, ਕਿ 2 ਸਾਲ ਤੁਹਾਨੂੰ 5 ਸਾਲਾਂ 'ਚ ਰਹਿਣੇ ਪੈਣੇ ਆ ਕੈਨੇਡਾ ਦੇ ਵਿੱਚ, ਉਹ ਤੁਸੀਂ ਇੱਕ ਵਾਰੀ 'ਚ 2 ਸਾਲ ਰਹਿ ਲਓ, ਪਰ ਤੁਸੀਂ ਰੀਨਿਊ ਕਰ ਪਾਓਗੇ ਆਪਣੀ PR। ਸੋ ਇਹ ਕਾਈਂਡ ਆਫ ਲੋਟਰੀ ਸਿਸਟਮ ਹੈ, ਪਰ ਬਹੁਤ ਹੀ ਵਧੀਆ ਓਪਰਚੁਨਿਟੀ ਹੈ ਕਿ ਅਸੀਂ ਕਰ ਸਕਦੇ ਹਾਂ, ਕਿਉਂਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਹੈ ਹੀ ਨਹੀਂ। ਸਾਡੇ ਲਈ ਫੈਮਿਲੀ ਦਾ ਮਤਲਬ ਪੇਰੈਂਟਸ, ਗ੍ਰੈਂਡ ਪੇਰੈਂਟਸ, ਭੈਣ ਭਰਾ, ਇਹ ਸਾਰੇ ਨੇ। ਪਰ ਕੈਨੇਡਾ ਦੇ ਵਿੱਚ ਜਿਹੜੀ ਫੈਮਿਲੀ ਮੈਂਬਰ ਹੈ ਉਹ ਸਿਰਫ ਹਸਬੈਂਡ ਵਾਈਫ ਤੇ ਬੱਚੇ ਹੀ ਨੇ ਜੀ। ਸਾਡੇ ਵਾਸਤੇ ਸਾਡੇ ਪੇਰੈਂਟਸ ਵੀ ਨੇ, ਤਾਂ ਹੀ ਇਹ ਸਾਡੀ ਕਮਿਊਨਿਟੀ ਲਈ ਤਾਂ ਬਹੁਤ ਹੀ ਵੱਡਾ ਇਹ ਜਿਹੜਾ ਪਲੱਸ ਪੁਆਇੰਟ ਹੈ ਜੀ, ਬਹੁਤ ਵੱਡਾ, ਬਹੁਤ ਜ਼ਰੂਰੀ ਵੀ ਹੈ। ਸ਼ਿਵਾ ਜੀ, ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ, ਜਾਂ ਕੁਝ ਤੁਸੀਂ ਕੋਈ ਜੇ ਆਪਣਾ ਕੋਈ ਪੁਆਇੰਟ ਮਿਸ ਹੋ ਗਿਆ, ਤੁਸੀਂ ਉਸ ਦੇ ਬਾਰੇ ਕੋਈ ਜਾਣਕਾਰੀ ਦੇਣਾ ਚਾਹੋ? ਪੁਆਇੰਟ ਮੇਰੇ ਖਿਆਲ ਸ਼ਿਵਾ ਜੀ ਆਪਾਂ ਸਾਰੇ ਕਵਰ ਕਰ ਲਏ ਨੇ ਜੀ।
ਮੈਸੇਜ ਇਹ ਦੇਣਾ ਚਾਹੂੰਗੀ ਕਿ ਜਿਹੜੇ ਸਾਡੇ ਵਿਊਅਰਸ ਨੇ, ਸਾਨੂੰ ਜਿਹੜੇ ਤਾਂ ਓਵਰਸੀਜ਼ ਨੇ ਆਬਵੀਅਸਲੀ ਉਹਨਾਂ ਨਾਲ ਤਾਂ ਅਸੀਂ ਫੋਨ ਤੇ ਹੀ ਕੰਸਲਟ ਕਰਦੇ ਹਾਂ। ਜੇ ਤੁਸੀਂ ਲੋਕਲ ਹੋ, ਕੈਨੇਡਾ ਦੇ ਵਿੱਚੋਂ, ਅਸੀਂ ਫ੍ਰੀ ਕੰਸਲਟ ਰੱਖਣ ਦਾ ਪਰਪਸ ਇਹ ਵੀ ਤੁਸੀਂ ਆਓ ਸਾਡੇ ਆਫਿਸ ਦੇ ਵਿੱਚ, ਆ ਕੇ ਸਾਡੇ ਨਾਲ ਮੀਟਿੰਗ ਸੈੱਟ ਕਰੋ ਤੇ ਆਪਾਂ ਟਾਈਮ ਕੱਢ ਕੇ ਗੱਲਬਾਤ ਕਰੀਏ, ਕਿਉਂਕਿ ਜੋ ਫੇਸ ਟੂ ਫੇਸ ਇੰਟਰੈਕਸ਼ਨ ਹੈ ਉਹ ਫੋਨ ਤੇ ਨਹੀਂ ਹੋ ਪਾਉਂਦੀ, ਕਿਉਂਕਿ ਇਮੀਗ੍ਰੇਸ਼ਨ ਇਜ਼ ਨਾਟ ਅਬਾਊਟ ਯੈਸ অর ਨੋ, ਇਮੀਗ੍ਰੇਸ਼ਨ ਇਜ਼ ਅਬਾਊਟ ਵੇ ਮੋਰ ਦੈਨ ਦੈਟ। ਕਈ ਵਾਰੀ ਹੋ ਸਕਦਾ ਕੋਈ ਇਹੋ ਜਿਹਾ ਸੋਲੂਸ਼ਨ ਹੋਵੇ ਜੋ ਤੁਹਾਡੇ ਉਸ ਸਰਕਮਸਟੈਂਸਸ ਲਈ ਨਾ ਅਵੇਲੇਬਲ ਹੋਵੇ, ਪਰ ਹੋ ਸਕਦਾ ਤੁਹਾਡੇ ਕਿਸੇ ਭੈਣ ਭਰਾ ਲਈ, ਤੁਹਾਡੇ ਰਿਲੇਟਿਵ ਲਈ, ਤੁਹਾਡੇ ਫਰੈਂਡ ਵਾਸਤੇ ਉਹ ਜ਼ਿਆਦਾ ਢੁਕਵਾਂ ਸੋਲੂਸ਼ਨ ਹੋਵੇ। ਬਿਲਕੁਲ। ਸੋ ਇਹ ਅਸੀਂ ਕਵਾਂਗੇ ਕਿ ਆਓ ਸਾਡੇ ਨਾਲ ਗੱਲ ਕਰੋ ਤੇ ਪਲੀਜ਼ ਆਪਣੀ ਜਿਹੜੀ ਕਨਵਰਸੇਸ਼ਨ ਹੈ ਉਹਨੂੰ ਅਸੀਂ ਕੌਨਫੀਡੈਂਸ਼ੀਅਲ ਰੱਖਦੇ ਹਾਂ। ਅਸੀਂ ਡੈਫੀਨੇਟਲੀ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੋ ਵੀ ਸਾਡੇ ਨਾਲ ਖੁੱਲ ਕੇ ਗੱਲ ਕਰੋ, ਸਾਨੂੰ ਪਲੀਜ਼ ਸਾਰੀ ਗੱਲਬਾਤ ਕਲੀਅਰਲੀ ਦੱਸੋ। ਕਈ ਲੋਕੀ ਥੋੜਾ ਚੱਕਦੇ ਨੇ ਕਿ ਸਾਡੀ ਪਹਿਲਾਂ ਰਿਫਿਊਜ਼ਲ ਲੱਗੀ ਸੀ ਜੀ, ਕਿ ਇੱਥੇ ਕੋਈ ਇਟਸ ਅ ਪ੍ਰੋਫੈਸ਼ਨਲ ਕਨਵਰਸੇਸ਼ਨ, no judgment, and your privacy is definitely respected and maintained। 100% ਜੀ। ਥੈਂਕ ਯੂ ਸੋ ਮਚ ਸ਼ਿਵਾ ਜੀ, ਤੁਸੀਂ ਆਪਣਾ ਕੀਮਤੀ ਵਕਤ ਕੱਢਿਆ ਔਰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਮਝਾਇਆ ਸਾਨੂੰ। ਔਰ ਹੋਪਫੁਲੀ ਜਿਹੜੇ ਐਪਲੀਕੈਂਟਸ ਹੋਣਗੇ ਜਾਂ ਐਪਲੀਕੇਸ਼ਨਾਂ ਜਿਨ੍ਹਾਂ ਨੇ ਲਾਣੀਆਂ ਨੇ ਜਾਂ ਇਨਵੀਟੇਸ਼ਨਸ ਜਿਹੜੇ ਨੇ ਆਪਣੇ ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ ਜੇ ਤੁਸੀਂ ਬੁਲਾਣਾ ਤੇ ਇੱਕ ਬੜਾ ਵਧੀਆ ਕੰਮ ਹੈ ਜੀ, ਉਹ ਤੁਸੀਂ ਸ਼ਿਵਾ ਜੀ ਨੂੰ ਦੇ ਸਕਦੇ ਹੋ। ਇਹ ਹਰ ਚੀਜ਼ ਜਿਹੜੀ ਹੈ, ਫਾਈਲ ਜਿਹੜੀ ਤੁਹਾਡੀ ਇੱਕ ਤੋਂ ਉੱਪਰ ਤੋਂ ਲੈ ਕੇ ਥੱਲੇ ਤੱਕ, ਉਹ ਸਾਰਾ ਕੁਝ ਚੈੱਕ ਕਰਕੇ ਸੋ ਦੈਟ ਕਿ ਕੋਈ ਉਹ 'ਚ ਗਲਤੀ ਨਾ ਰਵੇ। ਔਰ ਕਿਉਂਕਿ ਇੱਕ ਬੜਾ ਸੈਂਸਿਟਿਵ ਇੱਕ ਟੌਪਿਕ ਹੁੰਦਾ, ਇੱਕ ਸੈਂਸਿਟਿਵ ਇਨਫੋਰਮੇਸ਼ਨ ਹੁੰਦੀ ਹੈ, ਸੋ ਕਿਤੇ ਵੀ ਤੁਸੀਂ ਨਾ ਦਿਆ ਕਰੋ ਜੀ। ਜਿਹੜੇ ਕਿ ਬਿਲਕੁਲ RCIC ਰਜਿਸਟਰਡ ਹੁੰਦੇ ਨੇ ਜਾਂ ਕਾਫੀ ਸਾਲਾਂ ਤੋਂ ਜਿਹੜੇ ਇਸ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ, ਐਕਸਪੀਰੀਅੰਸ ਨੇ, ਉਹਨਾਂ ਨੂੰ ਜਾ ਕੇ ਹੀ ਆਪਣੀ ਫਾਈਲ ਤੁਸੀਂ ਦਿਆ ਕਰੋ। ਥੈਂਕ ਯੂ ਸੋ ਮਚ ਸ਼ਿਵਾ ਜੀ। ਸ਼ਿਵਾ ਜੀ, ਇੱਕ ਚੀਜ਼ ਆਪਣੀ ਰਹਿ ਗਈ, ਆਈ ਵੁੱਡ ਲਾਈਕ ਟੂ ਕਵਰ ਜੀ, ਕਿ ਜਦੋਂ ਇਨਵੀਟੇਸ਼ਨਸ ਆਣੀਆਂ ਨੇ ਔਨ ਦ ਈਮੇਲ ਆਣੀਆਂ ਨੇ। ਕਈ ਵਾਰੀ ਉਹ ਈਮੇਲ ਜੰਕ ਫੋਲਡਰ ਚਲ ਜਾਂਦੀ ਹੈ, ਆਪਣੇ ਜੰਕ ਤੇ ਨਜ਼ਰ ਰੱਖਿਓ, ਪਹਿਲਾਂ ਜੰਕ ਕਲੀਅਰ ਕਰ ਲਓ ਤੁਸੀਂ। ਇੱਕ ਟਿਪ ਹੈਗੀ ਹੈ ਕਿ ਜੰਕ ਕਲੀਅਰ ਕਰਕੇ ਰੱਖੋ। ਸਟਾਰਟਿੰਗ ਅਕਤੂਬਰ 9 ਤੋਂ ਹੀ ਜੰਕ ਨੂੰ ਡਿਲੀਟ ਕਰਨ ਤੋਂ ਪਹਿਲਾਂ ਰੀਡ ਕਰੋ, ਕਿਤੇ ਇਨਵੀਟੇਸ਼ਨ ਤੁਹਾਡੀ ਜੰਕ ਦੇ ਵਿੱਚ ਨਾ ਚਲੀ ਜਾਏ। ਦੂਸਰੀ ਗੱਲ, ਜਿੱਦਾਂ ਹੀ ਤੁਹਾਨੂੰ ਇਨਵੀਟੇਸ਼ਨ ਆਉਂਦੀ ਹੈ, ਡਿਲੇ ਨਾ ਕਰੋ। ਬਹੁਤ ਇੱਕ ਲਿਮਿਟਿਡ ਟਾਈਮ ਪੀਰੀਅਡ ਦਿੱਤਾ ਜਾਂਦਾ ਤਾਂ ਕਿ ਆ ਕੇ ਆਪਾਂ ਪ੍ਰੈਪ ਕਰਕੇ ਪਹਿਲਾਂ ਹੀ ਰੈਡੀ ਰੱਖੀਏ, ਅਪਲਾਈ ਕਰਨ ਦੇ ਵਿੱਚ ਕੋਈ ਤੁਹਾਨੂੰ ਪ੍ਰੋਬਲਮ ਨਾ ਹੈ। ਸੋ ਬਿਲਕੁਲ ਜੀ, ਇਹਨਾਂ ਨੂੰ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਥੈਂਕ ਯੂ ਸੋ ਮਚ ਜੀ। ਥੈਂਕ ਯੂ ਤੁਹਾਡੇ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ। ਫਿਰ ਮੈਂ ਤੁਹਾਨੂੰ ਇੱਕ ਵਾਰ ਯਾਦ ਕਰਾ ਦਵਾਂ ਕਿਉਂਕਿ ਇਮੀਗ੍ਰੇਸ਼ਨ ਇੱਕ ਬਹੁਤ ਸੈਂਸਿਟਿਵ ਇੱਕ ਟੌਪਿਕ ਹੈ, ਇਸ ਦੇ ਵਿੱਚ ਤੁਹਾਡੀ ਪਰਸਨਲ ਇਨਫੋਰਮੇਸ਼ਨ ਲੱਗਦੀ ਹੈ। ਸੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੀ ਇਨਕੁਆਇਰੀ ਜ਼ਰੂਰ ਪਾਇਆ ਕਰੋ ਜੀ, ਪਰ ਆਪਣੀ ਪਰਸਨਲ ਇਨਫੋਰਮੇਸ਼ਨ ਤੁਸੀਂ ਉੱਤੇ ਲਿਖਿਆ ਨਾ ਕਰੋ ਜੀ। ਆਪਣੇ PR ਕਾਰਡ ਜਾਂ ਆਪਣੀ ਕੋਈ ਪਾਸਪੋਰਟ ਦੀ ਪਿਕਚਰ ਵਗੈਰਾ ਨਾ ਪੋਸਟ ਕਰਿਆ ਕਰੋ, ਸਾਨੂੰ ਫਿਰ ਉਹ ਡਿਲੀਟ ਕਰਨੇ ਪੈਂਦੇ ਨੇ। ਤੁਸੀਂ ਡਾਇਰੈਕਟਲੀ ਇਹਨਾਂ ਨੂੰ ਕਾਲ ਕਰ ਸਕਦੇ ਹੋ ਜਾਂ ਫਿਰ ਸਾਨੂੰ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਜ਼ਰੂਰ ਤੁਸੀਂ BTV ਦਾ ਹਵਾਲਾ ਵੀ ਦਿਆ ਕਰੋ, ਸੋ ਦੈਟ ਇਹਨਾਂ ਨੂੰ ਵੀ ਪਤਾ ਲੱਗੇ ਕਿ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈ ਜਾਂ ਜਿਹੜੀ ਕਹਿ ਲਓ ਇਨਕੁਆਇਰੀ, ਉਹ ਕਿੱਥੋਂ ਆਈ ਹੈ। ਔਰ ਪਰਸਨਲ ਇਨਫੋਰਮੇਸ਼ਨ ਨਾਲ ਬਹਿ ਕੇ ਜੇ ਤੁਸੀਂ ਕੈਨੇਡਾ ਦੇ ਵਿੱਚ ਉਹ ਕਰ ਸਕਦੇ ਹੋ। ਇੱਕ ਹੋਰ ਚੀਜ਼ ਯਾਦ ਕਰਾ ਦੇਵਾਂ, ਇਹਨਾਂ ਦੇ ਇੰਡੀਆ ਦੇ ਵਿੱਚ ਵੀ ਜੇ ਕੋਈ ਇਨਕੁਆਇਰੀ ਹੈ, ਇੰਡੀਆ ਤੋਂ ਵੀ ਇਹਨਾਂ ਨੂੰ ਕਾਲ ਕੀਤੀ ਜਾ ਸਕਦੀ ਹੈ। ਜਿਹੜਾ ਗਿਵਨ ਨੰਬਰ ਹੈ ਉੱਥੇ WhatsApp ਜਿਹੜਾ ਹਮੇਸ਼ਾ ਐਕਟਿਵ ਹੈ। ਵਿਦਿਨ 24 ਆਵਰਸ ਤੁਹਾਡੀ ਜਿਹੜੀ ਇਨਕੁਆਇਰੀ ਉਹਦਾ ਜਵਾਬ ਦਿੱਤਾ ਜਾਵੇਗਾ। ਸੋ ਇਤਮੀਨਾਨ ਨਾਲ ਤੁਸੀਂ ਆਪਣੀ ਜਿਹੜੀ ਜਾਣਕਾਰੀ ਹੈ ਜਾਂ ਫਿਰ ਇਨਫੋਰਮੇਸ਼ਨ ਹੈ, ਤੁਸੀਂ ਜਿਹੜਾ ਤੁਹਾਡਾ ਸਵਾਲ ਹੈ, ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਨਾਲ ਕਿਸੇ ਹੋਰ ਟੌਪਿਕ ਤੇ ਕਰਾਂਗੇ ਗੱਲਬਾਤ। ਤੁਸੀਂ ਸਾਰੇ ਆਪਣਾ ਧਿਆਨ ਰੱਖੋ ਜੀ, ਸਵਸਥ ਰਹੋ, ਮਸਤ ਰਹੋ ਔਰ ਦੇਖਦੇ ਰਹੋ BTV। Be positive, be yourself।